ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਵਾਰੀ ਅਸੀਂ ਸੋਚਦੇ ਹਾਂ ਦੁਨੀਆ ਉੱਪਰ ਕੁਝ ਲੋਕ ਹੁੰਦੇ ਆ ਜਿਹੜੇ ਆਤਮ ਹੱਤਿਆ ਕਰ ਲੈਂਦੇ ਆ, ਮਰ ਜਾਂਦੇ ਆ। ਸਾਨੂੰ ਲੱਗਣ ਲੱਗ ਜਾਂਦਾ ਹੈ ਮਰਨਾ ਬੰਦੇ ਦੇ ਵੱਸ 'ਚ ਹੈ। ਕਈ ਵਾਰੀ ਅਸੀਂ ਕਹਿੰਦੇ ਆ ਕਿ ਜਨਮ ਜਿਹੜਾ ਹੈ ਉਹ ਤਾਂ ਬੰਦੇ ਦੇ ਵੱਸ ਵਿੱਚ ਨਹੀਂ, ਜਨਮ ਹੋਣਾ, ਪਰ ਮਰ ਤਾਂ ਬੰਦਾ ਸਕਦਾ ਹੀ ਆ ਨਾ। ਇਸੇ ਭੁਲੇਖੇ ਨੂੰ ਭਗਤ ਰਵਿਦਾਸ ਜੀ ਨੇ ਦੂਰ ਕੀਤਾ ਇੱਕ ਸਾਖੀ ਦੁਆਰਾ। ਗੁਰੂ ਪਿਆਰਿਓ, ਜੋਰ ਨਾ ਜੀਵਨ ਮਰਨ ਨਹਿ ਜੋਰ। ਬਾਬਾ ਨਾਨਕ ਜੀ ਨੇ ਵੀ ਆਖਿਆ ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਕਰਦੀ। ਬਹੁਤ ਲੋਕ ਆ ਜਿਹੜੇ ਨਦੀ 'ਚ ਡੁੱਬੇ ਆ, ਫਾਂਸੀ ਲਾ ਲਈ, ਆਪਦੇ ਆਪ ਨੂੰ ਫਾਹਾ ਲੈ ਕੇ ਮਰਨ ਦੀ ਕੋਸ਼ਿਸ਼ ਕੀਤੀ ਆ, ਪਰ ਮਰੇ ਨਹੀਂ, ਬਚ ਗਏ ਆ। ਤੇ ਕਈਆਂ ਨੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਆਪਾਂ ਕਹਿੰਦੇ ਬੰਦੇ ਦੇ ਮਾਰਿਆਂ ਨਹੀਂ ਕੋਈ ਮਰਦਾ, ਰੱਬ ਦੇ ਮਾਰਿਆਂ, ਰੱਬ ਦੇ ਮਲਾਇਆਂ ਨੂੰ ਹੀ ਰੱਬ ਵਿਛੋੜਦਾ। ਇਸ ਕਰਕੇ ਮਹਾਂਪੁਰਖ ਰੱਬ ਦੇ ਪਿਆਰੇ ਵੀ ਸਾਨੂੰ ਇਹ ਸਮਝਾਉਂਦੇ ਆ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਇੱਕ ਦਿਨ ਸਜੇ ਹੋਏ ਆ, ਸ਼ਬਦ ਪੜ੍ਹ ਰਹੇ ਆ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸਾਧ ਸੰਗਤ ਜੀ, ਕੋਈ ਗੁਰਮੁਖ ਚੱਲ ਕੇ ਆਏ, ਉਹਨਾਂ ਨੇ ਇਹੀ ਸਵਾਲ ਪੁੱਛਿਆ ਵੀ ਸਾਨੂੰ ਦੱਸੋ ਭਗਤ ਜੀ, ਕੀ ਇਨਸਾਨ ਜਦੋਂ ਮਰ ਜਾਂਦਾ ਹੈ ਵੀ ਇਹ ਮਰਨਾ, ਆਤਮ ਹੱਤਿਆ ਕੀਤੀ ਬੰਦੇ ਦੇ ਵੱਸ 'ਚ ਹੀ ਆ, ਬੰਦਾ ਮਰ ਸਕਦਾ? ਭਗਤ ਜੀ ਕਹਿੰਦੇ ਨਹੀਂ। ਉਹਦੇ ਲਈ ਤੁਹਾਨੂੰ ਮੈਂ ਇੱਕ ਸਾਖੀ ਸੁਣਾਉਣਾ, ਇੱਕ ਗੁਜਰੀ ਦੀ ਸਾਖੀ ਆ। ਸੁਣੋਗੇ ਤੇ ਸਮਝ ਆਵੇਗੀ ਪੂਰੀ ਕਿ ਇਹ ਸਭ ਕਿਵੇਂ ਖੇਡ ਵਰਤਦੀ ਆ। ਇੱਕ ਗੁੱਜਰ ਜਾਤੀ ਦਾ ਸ਼ਾਹੂਕਾਰ ਸੀ ਕੋਈ, ਉਹਦੇ ਘਰ ਵਾਲੀ ਇਸਤਰੀ ਸੀ। ਪਰਮੇਸ਼ਰ ਨੇ ਉਹਨੂੰ ਬਹੁਤ ਸੁੰਦਰ ਰੰਗ ਰੂਪ ਦਿੱਤਾ ਸੀ। ਜਿਵੇਂ ਇਹ ਕਰਮਾਂ ਦਾ ਕੱਪੜਾ ਹੁੰਦਾ ਨਾ ਜੀ, ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ। ਕਿਸੇ ਨੂੰ ਚਮੜੀ ਗੋਰੇ ਰੰਗ ਦੀ ਪਰਮੇਸ਼ਰ ਦਿੰਦਾ, ਕਿਸੇ ਨੂੰ ਸਾਂਵਲੇ ਰੰਗ ਦੀ। ਤਾਂ ਉਹਦੇ ਸਰੀਰ ਦਾ ਡੀਲ ਵੀ ਚੰਗਾ ਸੋਹਣਾ ਸੀ। ਸ਼ਾਹੂਕਾਰ ਸੀਗਾ ਜਿਹੜਾ ਆਪਣੇ ਵਣਜ ਵਪਾਰ ਵਾਸਤੇ ਪ੍ਰਦੇਸ਼ ਚਲਾ ਗਿਆ। ਪਿੱਛੋਂ ਜਿਹੜੀ ਇਹਦੀ ਘਰ ਵਾਲੀ ਸੀ, ਗੁਜਰੀ ਜਿਹੜੀ ਸੀਗੀ, ਤੇ ਉਹ ਸਿਰ ਨਹਾ ਕੇ ਚੁਬਾਰੇ ਉੱਤੇ ਚੜ੍ਹੀ ਆ, ਆਪਣੇ ਵਾਲਾਂ ਨੂੰ ਸੁਕਾ ਰਹੀ ਆ, ਕੇਸਾਂ ਨੂੰ ਸੁਕਾ ਰਹੀ ਆ। ਤੇ ਉੱਥੋਂ ਦਾ ਰਾਜਾ ਵੀ ਆਪਣੇ ਮਹਿਲਾਂ ਉੱਤੇ ਚੜ੍ਹ ਕੇ ਟਹਿਲ ਰਿਹਾ। ਇਹਨੂੰ ਦੇਖਦਿਆਂ ਸਾਰੀ ਰਾਜੇ ਦੇ ਮਨ ਵਿੱਚ ਵਾਸ਼ਨਾ ਜਾਗੀ ਆ ਕਿਸੇ ਅਹਿਲਕਾਰ ਦੇ ਰਾਹੀਂ, ਕਿਉਂਕਿ ਰਾਜੇ ਕੋਲ ਤਾਂ ਸਾਰੀ ਇਹ ਸ਼ਕਤੀ ਹੁੰਦੀ ਆ। ਤੇ ਉਹਨੇ ਕੀ ਕੀਤਾ ਕਿ ਆਪਣੇ ਕੋਲ ਬੁਲਾ ਲਿਆ ਕਿਵੇਂ ਨਾ ਕਿਵੇਂ। ਰਾਜੇ ਨੇ ਇਸ ਤਰ੍ਹਾਂ ਆਖਿਆ ਕਿ ਮੈਨੂੰ ਆਪ ਜੀ ਦਾ ਰੂਪ ਬੜਾ ਪਸੰਦ ਆ, ਮੈਂ ਰਾਣੀ ਬਣਾ ਕੇ ਰੱਖਣਾ ਚਾਹੁੰਦਾ। ਤੇ ਉਹਨੇ ਆਪਣੇ ਮੰਦਿਰਾਂ ਵਿੱਚ ਹੀ ਰੱਖ ਲਿਆ, ਇਹਨੂੰ ਧੱਕੇਸ਼ਾਹੀ ਕੀਤੀ ਆ। ਕੁਝ ਕੁ ਸਮੇਂ ਬਾਅਦ ਜਦੋਂ ਉਹ ਇਸਤਰੀ ਦਾ, ਉਹ ਗੁਜਰੀ ਦਾ ਆਪਣਾ ਪਤੀ ਘਰ ਆਇਆ, ਉਹਨੇ ਵੇਖਿਆ ਵੀ ਉਹਦੀ ਘਰ ਵਾਲੀ ਨਹੀਂ ਘਰੇ ਹੈਗੀ। ਪੁੱਛਣ ਤੋਂ ਪਤਾ ਲੱਗਾ ਕਿ ਉਹ ਤਾਂ ਰਾਜ ਮੰਦਿਰਾਂ ਵਿੱਚ ਜਾ ਕੇ ਬਹਿ ਗਈ ਆ। ਉਸੇ ਵੇਲੇ ਉਹਨੇ ਇੱਕ ਪਿਆਰ ਭਰੀ ਚਿੱਠੀ ਲਿਖੀ ਆ ਵੀ ਮੈਂ ਤਾਂ ਪ੍ਰਦੇਸ਼ ਤੋਂ ਆ ਗਿਆ, ਤੇਰੀ ਉਡੀਕ ਦੇ ਵਿੱਚ ਬੈਠਾ ਹਾਂ। ਜੇ ਤੇਰੇ ਅੰਦਰ ਪਿਆਰ ਹੈ ਤਾਂ ਮੈਨੂੰ ਆ ਕੇ ਮਿਲਣਾ ਕਰ, ਮੈਂ ਤੇਰਾ ਪਤੀ ਹਾਂ। ਇਸ ਤਰ੍ਹਾਂ ਆਪਣੇ ਆਨੰਦ ਕਾਰਜ ਜਾਂ ਸ਼ਾਦੀ ਜੋ ਵੀ ਹੋਈ ਸੀ ਉਸੇ ਤਰ੍ਹਾਂ ਉਹਨੇ ਕਹਿ ਦਿੱਤਾ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਕਿਸੇ ਨੌਕਰ ਦੇ ਰਾਹੀਂ ਇਸਤਰੀ ਪਾਸ ਪਹੁੰਚਾ ਦਿੱਤੀ ਹੈ ਜੀ। ਉਹ ਪੜ੍ਹ ਕੇ ਬੜੀ ਖੁਸ਼ ਹੋਈ ਆ, ਪਰ ਉਹਨੇ ਅੱਗੋਂ ਇੱਕ ਪ੍ਰੇਮ ਭਰਿਆ ਖਤ ਲਿਖਿਆ, ਕਿਹਾ ਕਿ ਮੇਰਾ ਚਿੱਤ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਆ, ਪਰ ਮੈਂ ਕੀ ਕਰਾਂ। ਰਾਜੇ ਨੇ ਇਹ ਜਿਹੜਾ ਆਪਣੇ ਰਾਜ ਦਾ ਰਾਜਾ ਜ਼ਬਰਦਸਤੀ ਮੈਨੂੰ ਆਪਣੇ ਕੋਲ ਰੱਖਿਆ ਹੈ। ਫਿਰ ਉਹ ਇਸ ਤਰ੍ਹਾਂ ਵਿਰਾਗ ਦੇ ਵਿੱਚ, ਵਿਛੋੜੇ ਦੇ ਬਿਰਹਾ ਦੀ ਪੀੜ ਵਿੱਚ ਚਿੱਠੀ ਲਿਖਦੀ ਆ ਵੀ ਜਦੋਂ ਵੀ ਮੈਨੂੰ ਕੋਈ ਨਿਕਲਣ ਦਾ ਮੌਕਾ ਮਿਲਿਆ ਮੈਂ ਜ਼ਰੂਰ ਤੈਨੂੰ ਆ ਕੇ ਮਿਲਾਂਗੀ। ਤਾਂ ਉਦੋਂ ਫਿਰ ਇੱਕ ਦਿਨ ਰਾਜਾ ਰੱਬ ਵੱਲੋਂ ਇਸ ਔਰਤ ਨੂੰ ਨਾਲ ਲੈ ਕੇ ਤਮਾਸ਼ਾ ਵੇਖਣ ਚਲਾ ਗਿਆ। ਤਮਾਸ਼ਾ ਵੇਖਿਆ, ਰਾਤ ਨੂੰ ਇੱਕ ਕੈਂਪ ਦੇ ਵਿੱਚ ਸੌਂ ਗਿਆ। ਇਹ ਬੀਬੀ ਨੇ ਫਿਰ ਉਹ ਰਾਤ ਨੂੰ ਭਗਤ ਰਵਿਦਾਸ ਜੀ ਕਹਿੰਦੇ ਮੌਕਾ ਤਾੜ ਕੇ ਵੀ ਰਾਜੇ ਨੂੰ ਇਕੱਲਾ ਵੇਖ ਕੇ ਮਾਰ ਦਿੱਤਾ। ਉਦੋਂ ਮਾਰ ਦਿੱਤਾ ਤੇ ਆਪ ਉਹ ਕੈਂਪ ਦੇ ਵਿੱਚੋਂ ਬਾਹਰ ਨਿਕਲ ਆਈ ਹੈ। ਪਤੀ ਨੂੰ ਮਿਲ ਕੇ ਰਾਤੋਂ ਰਾਤ ਆਪਣੇ ਘਰੋਂ ਨਗਦੀ ਮਾਲ ਵਗੈਰਾ ਲੈ ਕੇ ਆਪਣੇ ਦੇਸ਼ ਨੂੰ ਛੱਡ ਕੇ ਚਾਲੇ ਪਾ ਦਿੱਤੇ ਆ, ਕਿਉਂਕਿ ਡਰ ਸੀਗਾ ਕਿ ਮੇਰੇ ਹੱਥੋਂ ਰਾਜੇ ਦਾ ਕਤਲ ਹੋ ਗਿਆ। ਤੇ ਅੱਗੋਂ ਇੱਕ ਜੰਗਲ ਆ ਗਿਆ। ਟੁਰਦੇ ਟੁਰਦੇ ਜਦੋਂ ਜਾਂਦੇ ਆ ਤੇ ਥੱਕ ਗਿਆ ਜੀ, ਰਾਹ ਦੇ ਵਿੱਚ ਸੌਂ ਗਏ ਆ। ਉੱਥੇ ਇੱਕ ਸੱਪ ਨੇ ਨਿਕਲ ਕੇ ਇਹ ਔਰਤ ਦੇ ਪਤੀ ਨੂੰ ਡੰਗ ਮਾਰ ਕੇ ਮਾਰ ਦਿੱਤਾ। ਔਰਤ ਬੜੀ ਦੁਖੀ ਹੋਈ।
ਰੋਂਦੀ ਪਿੱਟਦੀ ਨੂੰ ਚੋਰ ਆ ਗਏ ਆ। ਉਹਨਾਂ ਨੇ ਆ ਕੇ ਮਾਲ ਵੀ ਖੋਲਿਆ ਵੀ ਕੱਲੀ ਔਰਤ ਆ, ਤੈਨੂੰ ਆਪਣੇ ਘਰ ਲੈ ਗਏ ਆ। ਕੁਝ ਕੁ ਚਿਰ ਰੱਖਿਆ ਤੇ ਵੇਸ਼ਵਾ ਦੇ ਕੋਲ ਜਾ ਕੇ ਵੇਚ ਦਿੱਤਾ। ਵੇਸ਼ਵਾ ਜਿਹੜੀ ਉਹ ਮਾੜੀ ਔਰਤ ਤੇ ਉਹ ਕੋਠੇ ਵਾਲੀ ਔਰਤ ਸੀ, ਉਹਦੇ ਪਾਸ ਕਾਫੀ ਚਿਰ ਰਹੀ ਆ। ਇਹ ਇੱਕ ਦਿਨ ਇਹਦਾ ਆਪਣਾ ਪੁੱਤਰ ਜੋ ਇਹਦੇ ਆਪਣੇ ਪਤੀ ਤੋਂ ਹੀ ਪੈਦਾ ਹੋਇਆ ਸੀ, ਉਹ ਸਦਾਗਰੀ ਕਰਦਾ ਕਰਦਾ ਇਸੇ ਸ਼ਹਿਰ ਵਿੱਚ ਆਇਆ ਤੇ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਉਸੇ ਵੇਸ਼ਵਾ ਦੇ ਘਰੇ ਪਹੁੰਚ ਗਿਆ। ਸਾਰੀ ਰਾਤ ਇਸ ਦੇ ਪਾਸ ਰਿਹਾ। ਸਵੇਰ ਹੋਣ ਤੇ ਜਦੋਂ ਉੱਠਿਆ ਤੇ ਵੇਸ਼ਵਾ ਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ ਤੇ ਤੇਰਾ ਨਾਂ ਕੀ ਆ। ਇਹ ਨੌਜਵਾਨ ਲੜਕਾ ਸੀਗਾ, ਇਹਨੇ ਸਾਰਾ ਕੁਝ ਦੱਸ ਦਿੱਤਾ ਤੇ ਉਹਨੂੰ ਨਿਸ਼ਚਾ ਹੋ ਗਿਆ ਵੀ ਇਹ ਤਾਂ ਮੇਰਾ ਪੁੱਤਰ ਸੀਗਾ। ਬਹੁਤ ਲੱਜਾ ਹੋ ਕੇ ਆਖਦੀ ਆ ਵੀ ਮੈਥੋਂ ਤਾਂ ਬੜਾ ਭਾਰੀ ਪਾਪ ਹੋ ਗਿਆ ਅੱਜ। ਉਸੇ ਵੇਲੇ ਉਹਨੂੰ ਟੋਰ ਕੇ ਆਪ ਕਿਸੇ ਪੰਡਿਤ ਕੋਲ ਜਾਂਦੀ ਆ, ਪੁੱਛਦੀ ਆ ਵੀ ਜੇ ਕੋਈ ਐਸਾ ਕੋਈ ਪਾਪ ਕਰਮ ਹੋ ਜਾਵੇ ਨਾ ਤੇ ਉਹਦੀ ਨਿਵਰਤੀ ਦਾ ਪ੍ਰਾਸ਼ਚਿਤ ਕੀ ਆ। ਪੰਡਿਤ ਨੇ ਆਪਦੀ ਵਿੱਦਿਆ ਪੜ੍ਹੀ ਆ। ਭਗਤ ਜੀ ਇਹ ਸਾਖੀ ਸੁਣਾ ਰਹੇ ਆ। ਹੈ ਇਹ ਇਸ ਤਰ੍ਹਾਂ ਵੀ ਉਹਨਾਂ ਨੂੰ ਸਮਝ ਆਵੇ ਪੂਰਨ ਰੂਪ ਦੇ ਵਿੱਚ ਵੀ ਏਡਾ ਵੱਡਾ ਗੁਨਾਹ ਹੋ ਗਿਆ ਤੇ ਫਿਰ ਕੀ ਕਰਾਂ। ਪੰਡਿਤ ਨੇ ਆਪਦੀ ਵਿੱਦਿਆ ਪੜ੍ਹੀ ਆ। ਕਹਿਣ ਲੱਗਾ ਜੇਕਰ ਮਾਂ ਤੇ ਪੁੱਤਰ ਤੋਂ ਐਸਾ ਕੁਕਰਮ ਹੋ ਜਾਏ ਤਾਂ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਨਦੀ ਕਿਨਾਰੇ ਚਿਖਾ ਬਣਾ ਕੇ ਜਿਉਂਦੀ ਸੜ ਜਾਣਾ ਚਾਹੀਦਾ, ਵੀ ਤੈਨੂੰ ਤਾਂ ਜਿਉਣ ਦਾ ਹੱਕ ਹੀ ਨਹੀਂ ਮੇਰੀ ਵਿੱਦਿਆ ਅਨੁਸਾਰ। ਤੇ ਉਹ ਫਿਰ ਇਸ ਤਰ੍ਹਾਂ ਹੀ ਉੱਥੇ ਹੋ ਗਿਆ। ਉਸੇ ਵੇਲੇ ਨਦੀ ਦੇ ਕਿਨਾਰੇ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਉਹਨੇ ਪੰਡਿਤ ਦਾ ਬਚਨ ਮੰਨ ਲਿਆ ਤੇ ਉੱਥੇ ਚਿਖਾ ਬਣਾ ਲਈ ਹੈ ਨਦੀ ਕਿਨਾਰੇ ਵੀ ਜਿਉਂਦੀ ਸੜੂੰਗੀ, ਹੁਣ ਮੈਂ ਮਰ ਜਾਊਂਗੀ, ਆਤਮ ਹੱਤਿਆ ਹੀ ਕਰੂੰਗੀ। ਇਹ ਵੇਸ਼ਵਾ ਉਸੇ ਵੇਲੇ ਨਦੀ ਦੇ ਕਿਨਾਰੇ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਚਿਖਾ ਤਾਂ ਬਣਾ ਲਈ ਆ, ਅੱਗ ਲਾ ਕੇ ਉੱਪਰ ਬੈਠੀ ਸੀ। ਇੰਨੇ ਨੂੰ ਪਾਣੀ ਦਾ ਰੋੜ ਆ ਗਿਆ। ਉਹ ਚਿਖਾ ਰੋੜ ਕੇ ਵਿੱਚੇ ਨਾਲ ਹੀ ਲੈ ਗਿਆ। ਇਹ ਸੜ ਮਰ ਨਾ ਸਕੀ ਕਿਉਂਕਿ ਆਪਣੇ ਆਪ ਮਰਨ ਦਾ ਕਿਸੇ ਦਾ ਜ਼ੋਰ ਨਹੀਂ। ਭਗਤ ਜੀ ਕਹਿੰਦੇ ਬਾਬਾ ਨਾਨਕ ਜੀ ਨੇ ਜੋ ਫਰਮਾਇਆ ਜਾਂ ਜੋ ਵੀ ਪੀਰ ਪੈਗੰਬਰ ਆਖਦੇ ਆ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਵੀ ਮੇਰੇ ਵਿੱਚ ਜਿਉਣ ਦਾ ਬਲ ਨਹੀਂ, ਨਾ ਹੀ ਮਰ ਜਾਣ ਦਾ ਬਲ। ਇਹ ਚੀਜ਼ਾਂ ਹੁੰਦੀਆਂ ਨੇ। ਇਹ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ। ਕਈ ਵਾਰੀ ਆਪਾਂ ਕਹਿ ਦਿੰਦੇ ਆ ਮੇਰੀ ਹਕੂਮਤ ਚੱਲੇ, ਕਈ ਕਿੰਨਾ ਜ਼ੋਰ ਲਾਉਂਦੇ ਆ ਵੀ ਮੇਰਾ ਪਿੰਡ ਤੇ ਰਾਜ ਹੋ ਜੇ, ਮੈਂ ਸਰਪੰਚ ਬਣ ਜਾ। ਇਹ ਚੀਜ਼ਾਂ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੇ। ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਇਹ ਤਾਂ ਮਾਲਕ ਨੇ ਦੇਣੀ ਹੁੰਦੀ ਹੈ ਜੀ ਵਡਿਆਈ। ਇਹ ਮਰਨਾ ਵੀ ਬੰਦੇ ਦੇ ਵੱਸ 'ਚ ਨਹੀਂ ਹੈਗਾ। ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਇਉਂ ਹੋ ਗਿਆ, ਲਿਖਿਆ ਹੀ ਉੱਦਾਂ ਹੁੰਦਾ ਜੀ, ਇਹ ਹੋਣਾ ਹੀ ਇੱਦਾਂ ਹੁੰਦਾ, ਪੂਰਬਲੇ ਕਰਮ ਹੁੰਦੇ ਆ ਭਗਤ ਜੀ ਕਹਿੰਦੇ। ਤਾਂ ਵੀ ਆਪਣੇ ਆਪ ਮਰਨ ਦਾ ਕਿਸੇ ਵਿੱਚ ਜ਼ੋਰ ਹੈਗਾ? ਭਗਤ ਜੀ ਕਹਿੰਦੇ ਮੇਰੇ ਅਨੁਸਾਰ ਤਾਂ ਨਹੀਂ। ਸਭ ਕੁਝ ਕਰਨ ਵਾਲਾ ਪਰਮੇਸ਼ਰ ਹੀ ਆ। ਪਾਣੀ ਦੇ ਵਿੱਚ ਇੱਕ ਵੱਡੀ ਲੱਕੜ ਸੀ, ਪਰ ਉਹਨਾਂ ਨੇ ਉਹ ਕਥਾ ਫਿਰ ਤੋਂ ਸੁਣਾਈ ਜੋ ਕੱਲ ਸਾਖੀ ਸੀਗੀ, ਤੇ ਉਹਦੇ ਪਰ ਬੈਠ ਗਈ ਆ। ਪਾਣੀ ਵਿੱਚ ਰੁੜੀ ਜਾ ਰਹੀ ਆ, ਆਖ ਕੇ ਲੋਕਾਂ ਨੂੰ ਸੁਣਾਉਂਦੀ ਜਾ ਰਹੀ ਆ ਵੀ ਕੋਈ ਪਰਉਪਕਾਰੀ ਜੀਵ ਹੈਗਾ ਜਿਹੜਾ ਮੈਨੂੰ ਪਾਣੀ ਚੋਂ ਬਾਹਰ ਕੱਢ ਲੇ, ਵੀ ਮੈਂ ਉਹਦੀ ਦਾਸੀ ਹੋ ਕੇ ਰਹਾਂਗੀ। ਵੀ ਜੇ ਕੋਈ ਮੈਨੂੰ ਪਾਣੀ ਚੋਂ ਕੱਢ ਲੂਗਾ ਤੇ ਮੈਂ ਉਹਦੀ ਨੌਕਰ ਬਣ ਕੇ, ਗੋਲੀ ਬਣ ਕੇ ਰਹਾਂਗੀ। ਇੱਕ ਗੁੱਜਰ ਜਲ ਦੇ ਕਿਨਾਰੇ ਦੁੱਧ ਵਾਲੇ ਭਾਂਡੇ ਧੋ ਰਿਹਾ ਸੀ। ਉਹਨੇ ਸੁਣ ਲਿਆ, ਉਪਰਾਲਾ ਜਿਹਾ ਕੀਤਾ ਤੇ ਉਹਨੂੰ ਪਾਣੀ ਚੋਂ ਕੱਢ ਲਿਆ। ਇਹ ਔਰਤ ਫਿਰ ਉਹਦੇ ਭਾਂਡੇ ਚੁੱਕ ਕੇ ਉਹਦੇ ਨਾਲ ਉਹਦੇ ਘਰ ਨੂੰ ਚਲੀ ਗਈ ਆ। ਦਾਸੀ ਬਣ ਕੇ ਸਾਰਾ ਕੰਮ ਕਰਦੀ ਰਹੀ ਆ। ਦੁੱਧ ਦੇ ਬਲਟੋਹੇ ਚੁੱਕਣੇ, ਦੁਕਾਨ ਤੇ ਜਾਣਾ, ਜੂਠੇ ਬਰਤਨ ਮਾਂਜਣੇ। ਇੱਕ ਦਿਨ ਦੀ ਗੱਲ ਆ। ਭਗਤ ਜੀ ਕਹਿੰਦੇ ਬੜੀ ਇਹ ਵੀ ਭਾਵ ਕਿ ਇਸ ਤਰ੍ਹਾਂ ਵੀ ਜੇ ਚੀਜ਼ ਨੂੰ ਆਪਾਂ ਕਿਸੇ ਗੱਲ ਨੂੰ ਧਿਆਨ ਨਾਲ ਸੁਣੀਏ ਤਾਂ ਸਮਝ ਪੈਂਦੀ ਹੈ ਜੀ ਪੂਰੀ। ਜੇ ਆਪਾਂ ਵਿੱਚ ਵਿਚਾਲੇ ਛੱਡ ਦਈਏ ਉਹ ਸਾਰੀ ਗੱਲ ਸਾਨੂੰ ਸਮਝ ਨਹੀਂ ਆਉਂਦੀ। ਤਾਂ ਇੱਦਾਂ ਹੀ ਇਹ ਹੋਰ ਗੁਜਰਨੀਆਂ ਸੀਗੀਆਂ, ਦੁੱਧ ਦੇ ਬਲਟੋਹੇ ਚੁੱਕ ਕੇ ਜਾ ਰਹੀਆਂ ਤੇ ਇਹ ਵੀ ਨਾਲ। ਅੱਗੋਂ ਇੱਕ ਸ਼ਾਹੀ ਫੌਜ ਚੱਲੀ ਆ ਰਹੀ ਆ। ਉਹਨਾਂ ਨੇ ਬੇਪਰਵਾਹੀ ਧੱਕਾ ਕਰ ਕੀਤਾ ਇਹਨਾਂ ਨਾਲ। ਸਾਰੀਆਂ ਗੁਜਰਨੀਆਂ ਦੇ ਭਾਂਡੇ ਡਿੱਗ ਪਏ, ਹੱਥੋਂ ਛੁੱਟ ਗਏ ਭਾਂਡੇ। ਉਸੇ ਵੇਲੇ ਗੁਜਰਨੀਆਂ ਸਾਰੀਆਂ ਜਿੰਨੀਆਂ ਸੀ ਹੰਝੂ ਸੁੱਟਦੀਆਂ ਰੋਣ ਲੱਗ ਗਈਆਂ। ਪਰ ਇਹ ਜਿਹੜੀ ਸੀਗੀ ਨਾ, ਇਹ ਹੱਸਦੀ ਰਹੀ। ਹੱਸੀ ਕਿਉਂ? ਇੰਨੇ ਨੂੰ ਫੌਜ ਦਾ ਮਾਲਕ ਬਾਦਸ਼ਾਹ ਜਦੋਂ ਇਹਨਾਂ ਦੇ ਕੋਲ ਆਇਆ ਤੇ ਵੇਖਦਾ ਵੀ ਬਾਕੀ ਰੋ ਰਹੀਆਂ ਦੁੱਧ ਲੱਸੀ ਦੇ ਡੁੱਲਣ ਕਰਕੇ ਵੀ ਨੁਕਸਾਨ ਹੋ ਗਿਆ, ਪਰ ਇਹ ਹੱਸੀ ਜਾਂਦੀ ਆ।
ਉਹਦੇ ਪਾਸੋਂ ਬਾਦਸ਼ਾਹ ਪੁੱਛਦਾ ਵੀ ਤੂੰ ਕਾਹਤੋਂ ਹੱਸਦੀ? ਇਹਨੇ ਕਿਹਾ ਵੀ ਰਾਜਨ ਤੂੰ ਪੁੱਛ ਕੇ ਕੀ ਲੈਣਾ, ਤੂੰ ਆਪਣਾ ਕੰਮ ਕਰ, ਵੀ ਜਿਹੜੀ ਸਜ਼ਾ ਸਾਨੂੰ ਦੇਣੀ ਆ ਦੇ, ਤੈਨੂੰ ਇਹਦੇ ਨਾਲ ਕੀ ਮਤਲਬ ਮੈਂ ਹੱਸਾਂ ਜਾਂ ਰੋਵਾਂ। ਪਰ ਰਾਜਿਆਂ ਦਾ ਖਿਆਲ ਹੁੰਦਾ ਵੀ ਜਿਹੜੇ ਪਾਸੇ ਜਿੱਦ ਫੜ ਲੈਣ ਨਾ, ਖਹਿੜੇ ਪੈ ਜਾਣ, ਫਿਰ ਉਹ ਸਾਰੀ ਚੀਜ਼ ਕੱਢ ਕੇ ਰੱਖਦੇ ਆ, ਪੁੱਛ ਕੇ ਰਹਿੰਦੇ ਆ, ਵੀ ਜਿਹੜੀ ਗੱਲ ਦੇ ਮਗਰ ਪੈ ਜਾਣ ਕਰਕੇ ਹੀ ਰਹਿੰਦੇ ਆ। ਰਾਜੇ ਹੁੰਦੇ ਆ, ਹਉਮੈ ਵੀ ਹੁੰਦੀ ਆ ਇਹਨਾਂ ਦੇ ਅੰਦਰ। ਤੇ ਇਸ ਤਰ੍ਹਾਂ ਫਿਰ ਉਹਨੇ ਗੁਜਰੀ ਨੇ ਆਪਣੀ ਹੱਡ ਬੀਤੀ ਸਾਰੀ ਇਸ ਤਰ੍ਹਾਂ ਦੱਸੀ। ਕਹਿੰਦੀ ਨ੍ਰਿਪ ਮਾਰ ਚਲੀ ਪ੍ਰੀ ਆਪਣ ਸਿਓ, ਪੀਆਂ ਸਾਪ ਡਸਿਓ ਦੁਖ ਹੋਂ ਭਰ ਹੂੰ, ਬਨ ਮਾਂਜ ਗਈ ਦਿਨ ਝਾਰ ਗਹੀ। ਭਗਤ ਜੀ ਕਹਿੰਦੇ ਫਿਰ ਉਹਨੇ ਸਾਰਾ ਕੁਝ ਹੀ ਕਵਿਤਾ ਦੇ ਰੂਪ ਵਿੱਚ ਹੀ ਦੱਸਤਾ ਵੀ ਇੰਨੇ ਦੁੱਖ ਦੇਖੇ ਸੀਗੇ। ਤਿੰਨ ਵੇਚ ਲਈ ਗਨਕਾ ਕਰ ਹੂੰ, ਸੁਤ ਸੰਗ ਕੀਓ ਤਬ ਜਰਨ ਚਲੀ, ਮਿਲ ਕਾਟ ਕੇ ਸੰਗ ਨਦੀ ਤਰ ਹੂੰ, ਸੁਨਹੂੰ ਮਹਾਰਾਜ ਹੋ ਗੁਜਰੀ ਹੋ, ਅਬ ਸਾਸ ਕੀ ਚਿੰਤ ਕਹਾਂ ਕਰ ਹੂੰ। ਤਾਂ ਇਹ ਸਾਖੀ ਤੋਂ ਇਹ ਪਤਾ ਲੱਗਦਾ ਵੀ ਗੁਜਰਣੀ ਕਹਿੰਦੀ ਵੀ ਮੈਂ ਤਾਂ ਵੀ ਕਈ ਵਾਰੀ ਇਹ ਗੁਜ਼ਰਨਾ ਚਾਹਿਆ, ਵੀ ਜ਼ਿੰਦਗੀ ਤੋਂ ਆਤਮ ਹੱਤਿਆ ਕਰ ਲਾਂ ਤੰਗ ਹੋ ਕੇ, ਮਰਨ ਦਾ ਯਤਨ ਕੀਤਾ, ਮਰ ਨਾ ਸਕੀ। ਕਿਉਂ? ਕਿਉਂਕਿ ਆਪਣੇ ਆਪ ਮਰਨ ਦਾ ਜ਼ੋਰ ਕਿਸੇ ਵਿੱਚ ਨਹੀਂ। ਤੇ ਜੇ ਮੈਨੂੰ ਰੱਬ ਨੇ ਬਚਾਉਣਾ ਹੋਇਆ ਮੈਂ ਤਾਂ ਹੱਸੀ ਆ ਵੀ ਤੂੰ ਕੌਣ ਆ ਮੈਨੂੰ ਮਾਰਨ ਵਾਲਾ? ਤੇਰੀ ਫੌਜ ਏਡੀ ਆ ਗਈ ਆ ਵੀ ਇਹ ਮੈਨੂੰ ਮਾਰ ਨਹੀਂ ਸਕਦੀ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਤਾਂ ਜਿਹਨੂੰ ਰੱਬ ਨੇ ਬਚਾਉਣਾ ਹੋਵੇ ਨਾ ਤੇ ਉਹਨੂੰ ਕੋਈ ਮਾਰ ਨਹੀਂ ਸਕਦਾ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਗੱਜੇ, ਜਿਹਦੇ ਵੱਲ ਗੁਰੂ ਹੋਵੇ ਲੱਖਾਂ ਬਾਹਾਂ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੀਆਂ। ਗੁਰੂ ਪਿਆਰਿਓ ਤੁਸੀਂ ਵੇਖੋ ਬਾਣੀ ਵਿੱਚ ਹੀ ਇਹ ਪੰਕਤੀਆਂ ਹਨ ਜੀ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੇ। ਭੱਟਾਂ ਦੇ ਸਵਈਏ ਆ ਵੀ ਜੇ ਗੁਰੂ ਪੱਖ ਤੇ ਹੋਵੇ ਲੱਖਾਂ ਫੌਜਾਂ ਕੀ ਵਿਗਾੜ ਸਕਦੀਆਂ ਬੰਦੇ ਦਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿੱਜੇ। ਜਦੋਂ ਸਤਿਗੁਰੂ ਮਹਾਰਾਜ ਕਿਸੇ ਬੰਦੇ ਦਾ ਪੱਖ ਕਰੇ ਨਾ, ਉਹ ਹੰਕਾਰ ਹਉਮੈ ਨਹੀਂ ਕਰਦਾ ਤੇ ਲੱਖਾਂ ਬਾਹਾਂ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਵੀ ਤੁਸੀਂ ਫੌਜ ਚਾੜ ਕੇ ਲਿਆਏ ਹੋ, ਇਹ ਡਰੀ ਜਾਂਦੀਆਂ, ਰੋਈ ਜਾਂਦੀਆਂ। ਮਰਨਾ ਤੇ ਇਹ ਜੰਮਣਾ ਇਹ ਬੰਦੇ ਦੇ ਹੱਥ ਥੋੜ੍ਹੀ ਆ, ਇਹ ਰੱਬ ਦੇ ਹੱਥ ਆ। ਜਿੰਨਾ ਸਮਾਂ ਉਹਨੇ ਸਵਾਸ ਲਿਖਿਆ ਮੈਂ ਮਰਾਂਗੀ ਨਹੀਂ, ਇਹ ਰੋ ਰਹੀਆਂ, ਮੈਂ ਇਹ ਗੱਲ ਤੇ ਹੱਸ ਰਹੀਆਂ ਵੀ ਕਿੰਨੀ ਅਗਿਆਨਤਾ, ਵੀ ਇਹਨਾਂ ਨੂੰ ਰੱਬੀ ਗਿਆਨ ਨਹੀਂ ਹੈਗਾ। ਭਗਤ ਜੀ ਨੇ ਆਏ ਹੋਏ ਪ੍ਰੇਮੀਆਂ ਨੂੰ ਇਹ ਕਥਾ ਇਉਂ ਸੁਣਾਈ ਸੀ। ਕਹਿਣ ਦਾ ਭਾਵ ਤਾਂ ਇਹ ਆ ਸਾਧ ਸੰਗਤ ਜੀ, ਵੀ ਕਈ ਵਾਰੀ ਅਸੀਂ ਕਹਿੰਦੇ ਵੀ ਬੰਦੇ ਹੱਥ ਕੀ ਆ, ਆਪਾਂ ਕਹਿੰਦੇ ਬਹੁਤ ਕੁਝ ਆ। ਬੰਦੇ ਹੱਥ ਕੀ ਆ? ਕੁਝ ਵੀ ਨਹੀਂ। ਇਹ ਮੈਂ ਨਹੀਂ ਕਹਿ ਰਿਹਾ, ਇਹ ਬਾਣੀ ਹੀ ਸਾਨੂੰ ਕਹਿ ਰਹੀ ਆ। ਭਾਈ ਮਤ ਕੋਈ ਜਾਣੋ, ਭਗਤ ਜੀ ਕਹਿੰਦੇ ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ। ਭਾਈ ਮਤਾ ਕੋਈ ਸਮਝੋ ਵੀ ਕਿਸੇ ਬੰਦੇ ਦੇ ਕੁਝ ਹੱਥ ਆ, ਇਹ ਤਾਂ ਪ੍ਰਮਾਤਮਾ ਆਪ ਹੀ ਕਰਦਾ ਤੇ ਕਰਾਉਂਦਾ ਹੈ। ਜ਼ਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਇਹ ਬੁਢੇਪਾ, ਮੌਤ, ਸਿਰ ਪੀੜ, ਤਾਪ, ਕਲੇਸ਼, ਇਹ ਜੋ ਵੀ ਚੀਜ਼ਾਂ ਹੁੰਦੀਆਂ ਹੁਕਮ 'ਚ ਹੁੰਦੀਆਂ। ਵੀ ਇਹ ਕੋਈ ਚੀਜ਼ਾਂ ਰੱਬ ਦੇ ਹੁਕਮ ਤੋਂ ਬਾਹਰੀ ਥੋੜ੍ਹੀ ਹੁੰਦੀਆਂ। ਰੱਬ ਦੇ ਹੁਕਮ ਕਰਨ ਦੇ ਬਗੈਰ ਕੋਈ ਬੰਦੇ ਨੂੰ ਛੂਹ ਨਹੀਂ ਸਕਦਾ। ਤੁਸੀਂ ਵੇਖੋ ਜੀ। ਤੇ ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੂ, ਭਗਤ ਜੀ ਕਹਿੰਦੇ ਜਨ ਨਾਨਕ ਜੋ ਅੰਤੀ ਉਸਰ ਲੈ ਛਡਾਇਆ। ਵੀ ਜਿਹੜਾ ਨਾਮ ਅਖੀਰਲੇ ਸਮੇਂ ਜਮਾਂ ਤੋਂ ਛਡਾ ਲੈਂਦਾ, ਉਹਨੇ ਮਨ ਵਿੱਚ ਚੇਤੇ ਕਰੋ ਜੀ, ਰੱਬ ਨੂੰ ਯਾਦ ਕਰੋ, ਮਾਲਕ ਨੂੰ ਚੇਤੇ ਕਰੋ, ਆਪਣੇ ਖੁਦਾ ਨੂੰ ਚੇਤੇ ਕਰੋ। ਜੇ ਤੁਸੀਂ ਉਹਨੂੰ ਚੇਤੇ ਕਰੋਗੇ ਗੁੱਝੇ ਭੇਦ ਪਤਾ ਲੱਗ ਜਾਣਗੇ ਵੀ ਜ਼ਿੰਦਗੀ ਕੀ ਆ। ਸਵਾਲਾਂ ਦੇ ਜਵਾਬ ਮਿਲ ਜਾਣਗੇ। ਆਮ ਕਰਕੇ ਮੈਂ ਦੇਖਿਆ ਵੀ ਇੱਕ ਵੀਰ ਨੇ ਮੈਥੋਂ ਇੱਕ ਸਵਾਲ ਵੀ ਪੁੱਛਿਆ ਸੀ ਕੋਈ, ਕਿ ਬ੍ਰਹਮਚਾਰੀ ਤੇ ਬ੍ਰਹਮ ਗਿਆਨੀ ਵਿੱਚ ਕੀ ਫਰਕ ਆ। ਉਹ ਵਾਰ-ਵਾਰ ਕਈ ਵੀਰ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਆ। ਇੱਥੋਂ ਪਤਾ ਲੱਗਦਾ ਵੀ ਸਵਾਲਾਂ ਦਾ ਜਿਹੜਾ ਜਨਮ ਆ ਉਹ ਦੁੱਖ ਤੋਂ ਹੀ ਹੁੰਦਾ। ਬ੍ਰਹਮ ਗਿਆਨੀ ਜਿਹੜਾ ਹੁੰਦਾ ਗੁਰੂ ਪਿਆਰਿਓ, ਉਹ ਆਪਣਾ ਸੁਧਾਰ ਤਾਂ ਕਰਦਾ ਹੀ ਆ, ਦੂਜਿਆਂ ਦੇ ਜੀਵਨ ਵਿੱਚ ਵੀ ਉਹ ਕ੍ਰਾਂਤੀ ਲੈ ਕੇ ਆਉਂਦਾ, ਬਦਲਾਅ ਲੈ ਕੇ ਆਉਂਦਾ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਦਾ ਸੁਭਾਅ ਰੱਬ ਵਰਗਾ ਹੁੰਦਾ, ਉਹ ਪਰਮੇਸ਼ਰ ਵਰਗਾ ਹੁੰਦਾ। ਤੇ ਬ੍ਰਹਮਚਾਰੀ ਉਹ ਸਿਰਫ ਵਿਆਹ ਨਹੀਂ ਕਰਵਾਉਂਦੇ, ਜਤੀ ਸਤੀ ਹੁੰਦੇ ਆ। ਇਹ ਕਰੈਕਟਰ ਜਿਵੇਂ ਆਪਾਂ ਕਹਿੰਦੇ ਚਰਿੱਤਰ ਦੇ ਆਚਰਣ ਪੱਖੋਂ ਉੱਚੇ ਹੁੰਦੇ ਆ। ਉਹ ਆਪਣੇ ਆਪ ਨੂੰ ਘੜਦੇ ਆ, ਆਪਣੀ ਸੁਰਤ ਨੂੰ ਸਵਾਰਦੇ ਆ। ਬ੍ਰਹਮ ਗਿਆਨੀ ਤਾਂ ਇਸ ਤਰ੍ਹਾਂ ਹੈ ਵੀ ਜਿਵੇਂ ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਹੁੰਦਾ ਨਾ,
ਪਰ ਚਿੱਕੜ ਨੂੰ ਉਹ ਛੂੰਹਦਾ ਨਹੀਂ, ਬਾਅਦ ਵਿੱਚੋਂ ਉੱਚਾ ਹੋ ਜਾਂਦਾ, ਉੱਪਰ ਉੱਠ ਜਾਂਦਾ। ਬ੍ਰਹਮ ਗਿਆਨੀ ਹੁੰਦਾ ਸੰਸਾਰ 'ਚ ਹੀ ਆ ਰਹਿੰਦਾ, ਕਿਤੇ ਛੱਡ ਕੇ ਨਹੀਂ ਜਾਂਦਾ। ਸ਼ਾਦੀ ਵੀ ਕਰਵਾਉਂਦਾ, ਘਰ-ਬਾਰ ਵੀ ਹੁੰਦਾ, ਰਹਿੰਦਾ ਘਰੇ ਆ। ਸੁਰਤ ਉਹਦੀ ਇਉਂ ਹੁੰਦੀ ਜਿਵੇਂ ਹਿਮਾਲਾ ਪਰਬਤ 'ਤੇ। ਬ੍ਰਹਮ ਗਿਆਨੀ ਦੀ ਅਵਸਥਾ ਤਾਂ ਬਹੁਤ ਉੱਚੀ ਆ। ਬ੍ਰਹਮ ਗਿਆਨੀ ਦੀ ਅਵਸਥਾ ਜਾਣਨੀ ਹੋਵੇ ਤਾਂ ਉਹ ਮੈਂ ਵੀਰ ਨੂੰ ਕਹੂੰਗਾ ਕਿ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਪੜ੍ਹੋ। ਪਤਾ ਲੱਗੇਗਾ ਬਚਪਨ ਦੇ ਵਿੱਚ ਅਵਸਥਾ ਬੁੱਢਿਆਂ ਵਾਲੀ, ਬਜ਼ੁਰਗਾਂ ਵਾਲੀ ਹੈ। ਗੱਲਾਂ ਬਜ਼ੁਰਗਾਂ ਵਾਲੀਆਂ ਨੇ। ਅਤੇ ਆਪਾਂ ਵੇਖਦੇ ਹਾਂ ਕਈ ਬਜ਼ੁਰਗ ਹੁਣ 70-80 ਸਾਲ ਦੇ ਹੋ ਗਏ ਆ, ਕੀ ਉਹ ਬੱਚਿਆਂ ਵਾਲੀਆਂ ਗੱਲਾਂ 'ਚ ਫਸੇ ਹੋਏ ਆ? ਕੀ ਉਹਨਾਂ ਦੀ ਅਵਸਥਾ ਹੈ? ਕੁਝ ਵੀ ਨਹੀਂ। ਮੇਰ ਦੇ ਵਿੱਚ, ਤੇਰ ਦੇ ਵਿੱਚ, ਆਹ ਮੇਰਾ ਹੈ, ਆਹ ਤੇਰਾ ਹੈ, ਇਹਦੇ ਵਿੱਚ ਫਸੇ ਹੋਏ ਆ। ਚੀਜ਼ਾਂ ਨਾਲ ਹੀ ਪਿਆਰ ਕਰੀ ਜਾਂਦੇ ਆ, ਨਿਰਜਿੰਦ ਚੀਜ਼ਾਂ ਨਾਲ ਪਿਆਰ ਕਰੀ ਜਾਂਦੇ, ਜਿਨ੍ਹਾਂ ਵਿੱਚ ਜਾਨ ਨਹੀਂ। ਕਾਗਜ਼ ਦੇ ਨੋਟਾਂ ਨਾਲ ਪਿਆਰ ਕਰੀ ਜਾਂਦੇ ਆ। ਇਹ ਚੀਜ਼ਾਂ ਵਰਤਣ ਵਾਲੀਆਂ ਨੇ। ਪੈਸਾ ਵਰਤਣ ਵਾਲੀ ਚੀਜ਼ ਆ, ਪਿਆਰ ਕਰਨ ਵਾਲੀ ਥੋੜ੍ਹੀ ਚੀਜ਼। ਲੋਕਾਂ ਨੂੰ ਪਿਆਰ ਕਰਨਾ, ਕੁਦਰਤ ਨੂੰ ਪਿਆਰ ਕਰਨਾ, ਰੱਬ ਦੀ ਬਣਾਈ ਕਾਇਨਾਤ ਨੂੰ ਪਿਆਰ ਕਰਨਾ, ਰੱਬ ਨੂੰ ਪਿਆਰ ਕਰਨਾ। ਉਲਟ ਨਾ ਕਰੋ। ਲੋਕ ਉਲਟ ਕਰਦੇ ਆ, ਫਿਰ ਕਹਿੰਦੇ ਜੀ ਅਸੀਂ ਬਹੁਤ ਦੁਖੀ ਹਾਂ। ਕਰਮਾਂ ਦੇ ਬੀਜ ਆ ਜੀ, ਇਹ ਬੀਜਣੇ ਪੈਂਦੇ ਆ। ਇਸ ਕਰਕੇ ਇਹ ਜਿਹੜੇ ਕਰਮ ਆ, ਇਹ ਕਈ ਵਾਰੀ ਪੂਰਬਲੇ ਕਰਮਾਂ ਕਰਕੇ, ਪੱਕੇ ਹੋਣ ਕਰਕੇ ਆਦਤ ਬੰਦੇ ਤੋਂ ਹੋ ਜਾਂਦੇ ਆ। ਇਹਨਾਂ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ? ਇੱਕੋ ਹੀ ਰਾਹ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਗੁਰੂ ਪਿਆਰਿਓ, ਇਹ ਸਾਧ ਸੰਗਤ ਤੋਂ ਬਿਨਾ ਨਹੀਂ ਹੋਣਾ। ਤੇ ਭਗਤ ਰਵਿਦਾਸ ਜੀ ਨੇ ਆਖਿਆ, ਭਾਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ। ਭਗਤ ਜੀ ਨੇ ਬਹੁਤ ਸੁੰਦਰ ਸ਼ਬਦ ਕਹੇ ਹਨ ਜੀ, ਭਗਤ ਰਵਿਦਾਸ ਜੀ ਨੇ। ਗੱਲ ਤਾਂ ਉਹਨਾਂ ਨੂੰ ਵਿਚਾਰਨ ਦੀ ਆ, ਸਮਝਣ ਦੀ ਆ। ਭਗਤ ਜੀ ਨੇ ਬਹੁਤ ਸੁੰਦਰ ਸ਼ਬਦ ਉੱਥੇ ਕਹਿ ਦਿੱਤੇ। ਉਹਨਾਂ ਪ੍ਰੇਮੀਆਂ ਨੇ ਸੁਣਿਆ ਸੋਹੀ ਰਾਗ ਦੇ ਵਿੱਚ, ਇਹ ਤਨ ਐਸਾ, ਇਹ ਤਾਂ ਜਿਹੜਾ ਸਾਡੀ ਦੇਹ ਆ ਨਾ, ਕੱਖਾਂ ਦੀ ਕੁੱਲੀ ਦੀ ਤਰ੍ਹਾਂ, ਜੈਸੇ ਘਾਸ ਕੀ ਟਾਟੀ। ਇਹ ਸਰੀਰ ਘਾਹ ਦੇ ਛੱਪਰ ਵਾਂਗ ਆ ਜੀ। ਤੁਸੀਂ ਵੇਖਿਆ ਹੋਣਾ, ਜਲ ਗਇਓ ਘਾਸ ਰਲ ਗਇਓ ਮਾਟੀ। ਘਾਹ ਸੜ ਜਾਂਦਾ, ਮਿੱਟੀ ਵਿੱਚ ਰਲ ਜਾਂਦਾ। ਇਹੀ ਹਾਲ ਬੰਦੇ ਦਾ ਹੁੰਦਾ। ਘਾਹ ਜਦੋਂ ਸੜਦਾ ਨਾ, ਮਿੱਟੀ ਦੇ ਰੂਪ ਹੋ ਜਾਂਦਾ। ਭਾਈ ਬੰਦ ਕੁਟੰਬ ਸਹੇਰਾ, ਭਾਈ ਬੰਦ ਹੁੰਦੇ ਆ ਜੀ, ਰਿਸ਼ਤੇਦਾਰ। ਭਗਤ ਜੀ ਕਹਿੰਦੇ ਜਦੋਂ ਬੰਦਾ ਮਰ ਜਾਂਦਾ, ਰਿਸ਼ਤੇਦਾਰ, ਪਰਿਵਾਰ, ਸੱਜਣ ਸਾਥੀ, ਓਏ ਪੀ ਲਾਗੇ ਕਾੜ ਸਵੇਰਾ। ਸਾਰੇ ਪਤਾ ਕੀ ਗੱਲ ਕਹਿੰਦੇ ਆ? ਤੁਸੀਂ ਵੇਖਿਓ, ਛੇਤੀ ਇਹਨੂੰ ਬਾਹਰ ਕੱਢੋ। ਕਹਿਣ ਦਾ ਭਾਵ ਇਹ ਆ ਵੀ ਇਹ ਭਗਤ ਜੀ ਨੇ, ਕਿਉਂਕਿ ਭਗਤ ਭੋਲੇ ਹੁੰਦੇ ਆ, ਰੱਬ ਨਾਲ ਸਿੱਧੀਆਂ ਗੱਲਾਂ ਹੁੰਦੀਆਂ, ਚਲਾਕ ਥੋੜ੍ਹੀ ਹੁੰਦੇ ਆ। ਜੋ ਉਹਨਾਂ ਦੇ ਢਿੱਡ 'ਚ ਹੁੰਦਾ ਉਹ ਬਚਨਾਂ 'ਤੇ ਹੁੰਦਾ, ਮੁੱਖ 'ਤੇ ਹੁੰਦਾ। ਜੋ ਜ਼ੁਬਾਨ 'ਤੇ ਆ ਉਹੀ ਢਿੱਡ 'ਚ ਹੁੰਦਾ। ਕਹਿੰਦੇ ਲੋਕ ਇਹੀ ਕਹਿੰਦੇ ਆ ਵੀ ਇਹਨੂੰ ਹੁਣ ਛੇਤੀ ਲੈ ਚੱਲੋ, ਵੀ ਕਦੋਂ ਇਹਨੂੰ ਸੰਸਕਾਰ ਕਰਨਾ ਇਹਦਾ, ਛੇਤੀ ਇਹਨੂੰ ਲੈ ਚੱਲੀਏ। ਘਰ ਕੀ ਨਾਰ ਉਰੇ ਤਨ ਲਾਗੀ, ਆਪਣੀ ਵਹੁਟੀ ਘਰ ਵਾਲੀ ਜਿਹਦੇ ਨਾਲ ਇੰਨਾ ਪਿਆਰ ਹੁੰਦਾ, ਉਹ ਤਾਂ ਭੂਤ ਭੂਤ ਕਰ ਭਾਗੀ। ਉਹ ਵੀ ਕਹਿ ਦਿੰਦੀ ਇਹ ਮਰ ਗਿਆ। ਇਸ ਤਰ੍ਹਾਂ ਕਈ ਤਾਂ ਵਾਲ ਖੋਲ ਲੈਂਦੀਆਂ ਨੇ, ਪ੍ਰੇਤ ਪ੍ਰੇਤ ਪੁਕਾਰਦੀਆਂ ਨੇ, ਇੱਦਾਂ ਵੀ ਕਰਦੀਆਂ ਨੇ। ਕਹਿ ਰਵਿਦਾਸ, ਭਗਤ ਜੀ ਕਹਿੰਦੇ ਅਖੀਰਲੀਆਂ ਪੰਕਤੀਆਂ ਨੇ ਜੀ। ਕਹਿ ਰਵਿਦਾਸ, ਭਗਤ ਜੀ ਕਹਿੰਦੇ ਆ, ਸਭੈ ਜਗ ਲੁੱਟਿਆ, ਸਾਰਾ ਜਗਤ ਇਹ ਸਰੀਰ ਨੂੰ ਵਿਕਾਰਾਂ ਨੇ ਲੁੱਟ ਲਿਆ। ਤੇ ਇਹ ਕੀ ਹੋਇਆ ਕੀ ਆ ਜੀ? ਉਹਨਾਂ ਨੇ ਕੀ ਕੀਤਾ ਭਗਤਾਂ ਨੇ? ਹਮ ਤਾਂ ਏਕ ਰਾਮ ਕੈ ਛੂਟਿਆ, ਪਰ ਮੈਂ ਪ੍ਰਮਾਤਮਾ ਦਾ ਨਾਮ ਸਿਮਰਿਆ। ਇਹ ਮੈਂ ਠੱਗੀਆਂ ਤੋਂ, ਧੋਖਿਆਂ ਤੋਂ ਬਚ ਗਿਆ। ਭਗਤ ਜੀ ਕਹਿੰਦੇ ਇਹੀ ਮੇਰੀ ਜ਼ਿੰਦਗੀ ਦਾ ਆਧਾਰ ਆ, ਇਹੀ ਮੇਰੀ ਜ਼ਿੰਦਗੀ ਦਾ ਨਾਮ ਹੀ ਆਸਰਾ ਹੈ। ਉੱਚੇ ਮੰਦਰ ਸਾਲ ਰਸੋਈ, ਉੱਚੇ ਉੱਚੇ ਪੱਕੇ ਪੱਕੇ ਘਰ, ਰਸੋਈ ਖਾਨੇ ਬਣਾ ਲਏ, ਇੰਨਾ ਕੁਝ ਕਰ ਲਿਆ, ਏਕ ਘੜੀ ਫੁਨ ਰਹਿਣ ਨਾ ਹੋਈ। ਮੌਤ ਦੇ ਮਗਰੋਂ ਇੱਕ ਪਲ ਵੀ ਕਿਸੇ ਨੇ ਰੱਖਣਾ ਨਹੀਂ ਜੀ। ਤੇ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ। ਸਾਰੇ ਪ੍ਰੇਮੀਆਂ ਨੇ ਭਗਤ ਜੀ ਦਾ ਧੰਨਵਾਦ ਕੀਤਾ ਕਿ ਸਾਨੂੰ ਨਹੀਂ ਸੀ ਪਤਾ ਕਿ ਰੱਬ ਦੀ ਰਜ਼ਾ ਇੱਦਾਂ ਹੁੰਦੀ ਹੈ ਜੀ। ਵਾਕਈ ਹੀ ਜੰਮਣ ਮਰਨਾ ਹੁਕਮ ਹੈ। ਇਹ ਬਾਣੀ ਦੀਆਂ ਹੀ ਪੰਕਤੀਆਂ ਨੇ। ਭਾਵੇਂ ਅਸੀਂ ਪੜ੍ਹਦੇ ਹਾਂ ਜੀ, ਸੁਣਦੇ ਹਾਂ, ਪਰ ਵਿਸ਼ਵਾਸ ਨਹੀਂ ਨਾ ਹੋ ਰਿਹਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਪੈਦਾਇਸ਼ ਤੇ ਮੌਤ ਸਾਹਿਬ ਦੇ ਫਰਮਾਨ ਦੇ ਤਾਬੇ ਆ ਜੀ। ਇਹ ਜੰਮਣਾ ਮਰਨਾ ਰੱਬ ਦਾ ਹੁਕਮ ਆ, ਮਿਲਣਾ ਵਿਛੜਨਾ ਉਹਦੀ ਖੇਡ ਆ। ਰੱਬ ਦੀ ਰਜ਼ਾ ਵਿੱਚ ਹੀ ਜੀਵ ਜੰਮਦਾ ਤੇ ਮਰਦਾ ਹੈ। ਇਹ ਬਾਬਾ ਨਾਨਕ ਜੀ ਦੇ ਬਚਨ ਆ, ਭਗਤਾਂ ਦੇ ਬਚਨ ਆ।
ਗੱਲ ਸਾਰੀ ਇਹਨਾਂ ਨੂੰ ਕਮਾਉਣ ਦੀ ਆ। ਜੇ ਸੁਣ ਕੇ ਇੱਕ ਕੰਨ ਵਿੱਚੋਂ ਦੂਜੇ ਕੰਨ ਵਿੱਚੋਂ ਕੱਢ ਦੇਣਾ ਹੈ, ਫਿਰ ਤਾਂ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਅੰਧਾ ਲੋਕ ਨਾ ਜਾਣੇ ਜੋ ਬਾਂਸ ਵਜਾਈਏ ਫੂਕ। ਤਾਂ ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਕੁਝ ਲੋਕ ਸਤਿਗੁਰੂ ਰਵਿਦਾਸ ਜੀ ਵੀ ਕਹਿੰਦੇ ਆ ਸ਼ਰਧਾ ਦੇ ਨਾਲ, ਤਾਂ ਇਹ ਭਾਵਨਾ ਦੀ ਗੱਲ ਹੁੰਦੀ ਆ ਜੀ ਬਾਣੀ ਵਿੱਚ, ਪਰ ਉਹਨਾਂ ਲਈ ਭਗਤ ਸ਼ਬਦ ਹੀ ਆਇਆ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਭਗਤ ਜੀ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ। ਬੋਲਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹਨ। ਸਤਿਗੁਰੂ ਜੀ ਕਿਰਪਾ ਕਰਨ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।